ਜਿੱਥੇ ਦੁਨੀਆ ਭਰ ਦੇ ਕਾਰੋਬਾਰੀਆਂ ਤੇ ਕਰੋਨਾ ਦੀ ਮਾਰ ਪਈ, ਉੱਥੇ ਹੀ ਜੇਕਰ ਗੱਲ ਫਗਵਾੜਾ ਦੇ ਉਦਯੋਗਪਤੀਆਂ ਦੀ ਕੀਤੀ ਜਾਵੇ ਤਾਂ ਇੱਥੇ ਵੀ ਵੱਡੇ ਤੋਂ ਛੋਟੇ ਉਦਯੋਗ ਨੂੰ ਕਰੋਨਾ ਕਾਲਮੰਦ ਹਾਲੀ ਚੱਲਣੀ ਪਈ ਹੈ। ਜਦੋਂ ਸਾਂਝ ਟੀਵੀ ਵੱਲੋਂ ਫਗਵਾੜਾ ਦੇ ਵੱਖ-ਵੱਖ ਉਦਯੋਗਪਤੀਆਂ ਤੇ ਪ੍ਰਧਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਰੋਨਾ ਕਾਰਨ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਲੇਬਰ ਦੀ ਆਈ ਹੈ, ਪਰ ਹੌਲੀ-ਹੌਲੀ ਇਹ ਪਰੇਸ਼ਾਨੀ ਤਾਂ ਦੂਰ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਆ ਰਹੀਆਂ ਹੋਰ ਪਰੇਸ਼ਾਨੀਆਂ ਨੂੰ ਲੈ ਕੇ ਉਦਯੋਗਪਤੀਆਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਸਾਨੂੰ ਇਸ ਵੇਲੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸਾਨੂੰ ਲੇਬਰ ਦੀ ਦਿੱਕਤ ਬਹੁਤ ਜ਼ਿਆਦਾ ਸੀਗੀ। ਸਾਡੇ ਕਾਫੀ ਵਰਕਰ ਜਿਹੜੇ ਬਿਹਾਰ ਜਾਂ ਯੂਪੀ 'ਚ ਸੀਗੇ, ਉੱਥੇ ਹੀ ਲੋਕਡਾਊਨ ਦੇ ਚੱਕਰ 'ਚ ਫਸ ਗਏ ਸੀਗੇ। ਹੁਣ ਉਹ ਥੋੜ੍ਹੇ ਜਿਹੇ ਆਉਣੇ ਸ਼ੁਰੂ ਹੋਏ ਆ। ਥੋੜ੍ਹਾ ਜਿਹਾ ਲੇਬਰ ਵੱਲੋਂ ਸਾਨੂੰ ਥੋੜ੍ਹੀ ਜਿਹੀ ਜਾਣੀ ਹੁਣ ਸੁੱਖ ਦਾ ਸਾਹ ਮਿਲਿਆ ਹੈ, ਪਰ ਲੇਬਰ ਦੀ ਕਾਸਟ ਬਹੁਤ ਵੱਧ ਰਹੀ ਹੈ। ਉਹਦੇ ਹਿਸਾਬ ਨਾਲ ਸਾਨੂੰ ਪ੍ਰਾਈਸਿਸ ਨਹੀਂ ਮਿਲ ਰਹੇ ਹੈਗੇ। ਸਾਡਾ ਇਸ ਚੀਜ਼ ਦੀ ਸਾਨੂੰ ਲੇਬਰ ਕਾਸਟ ਦੇ ਹਿਸਾਬ ਨਾਲ ਸਾਨੂੰ ਪ੍ਰਾਈਸਿਸ ਬਹੁਤ ਘੱਟ ਮਿਲ ਰਹੇ ਆ। ਇਹ ਇੱਕ ਸਾਡੀ ਵੱਡੀ ਸਮੱਸਿਆ ਹੈ। ਦੂਸਰੀ ਇਸ ਵੇਲੇ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਇੱਕਦਮ ਕਰਨਾ ਪੈ ਰਿਹਾ ਹੈ, ਪਿਛਲੇ 20 ਤੋਂ 25 ਦਿਨਾਂ ਦੇ ਵਿੱਚ ਬਿਗ ਆਇਰਨ ਜਿਹੜਾ ਕਿ ਸਾਡਾ ਰਾ ਮਟੀਰੀਅਲ ਹੈ ਕਾਸਟਿੰਗ ਦਾ ਜਾਂ ਸਟੀਲ, ਬਿਗ ਆਇਰਨ ਦੇ ਵਿੱਚ 6000 ਰੁਪਏ ਪਰ ਟਨ ਦੀ ਬੜੋਤਰੀ ਹੋ ਗਈ ਪਿਛਲੇ 20 ਜਾਂ 25 ਦਿਨਾਂ ਦੇ ਵਿੱਚ। ਔਰ ਇਹ 20% ਮੋਰ ਦੈਨ 20% ਇਨਕਰੀਜ਼ ਹੈਗੀ ਆ। ਔਰ ਸਾਨੂੰ ਕੋਈ ਵੀ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੈਗੇ, ਸਾਨੂੰ ਕੋਈ ਵੀ ਇੱਕ ਪੈਸਾ ਰੇਟ ਵਧਾਉਣ ਨੂੰ ਅੱਗੇ ਜਿਹੜੇ ਸਾਡੇ ਸਪਲਾਇਰਸ ਹੈਗੇ ਆ ਸਾਨੂੰ ਦੇਣ ਨੂੰ ਤਿਆਰ ਨਹੀਂ। ਇੱਕ ਪੈਸਾ ਵੀ ਜ਼ਿਆਦਾ ਦੇਣ ਨੂੰ ਹੈ। ਸਾਡਾ ਆਪਣਾ ਪ੍ਰੋਫਿਟ 5 ਤੋਂ 7% ਹੁੰਦਾ ਆ। ਅਸੀਂ ਹੁਣ 20% ਮਹਿੰਗਾ ਰਾ ਮਟੀਰੀਅਲ ਲੈ ਕੇ ਅਸੀਂ ਸੋਚ ਰਹੇ ਅਸੀਂ ਕੀ ਕਰੀਏ। ਜਾਂ ਤਾਂ ਅਸੀਂ ਫੈਕਟਰੀਆਂ ਬੰਦ ਕਰ ਦਈਏ, ਵਰਕਰਾਂ ਨੂੰ ਛੁੱਟੀਆਂ ਕਰਾ ਦਈਏ। ਗੌਰਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਇਹ ਪੂਰਾ ਇੱਕ ਮਾਫੀਆ ਟਾਈਪ ਬਣਿਆ ਹੈ ਜੀ ਰਾ ਮਟੀਰੀਅਲ ਦਾ। ਇਹ ਸਾਰੇ ਮਿਲ ਕੇ ਆਪਣੇ ਸਟਾਕ ਕਰ ਲੈਂਦੇ ਆ, ਫਿਰ ਇਹ ਰੇਟ ਵਧਾਉਣੇ ਸ਼ੁਰੂ ਕਰ ਦਿੰਦੇ ਆ। ਔਰ ਇੱਕਦਮ ਰੇਟ 1000 ਰੁਪਈਆ ਰੋਜ਼ ਦਾ ਵਧਾ ਕੇ, ਬਿਲਾ ਵਜ੍ਹਾ ਤੋਂ ਵਧਾ ਕੇ ਜੀ ਸਾਨੂੰ ਮੈਨੂਫੈਕਚਰਰ ਨੂੰ ਇਹਨਾਂ ਨੇ ਜਾਣੀ ਖਤਮ ਕਰਨ ਦਾ ਤਈਆ ਕੀਤਾ ਆ। ਇਹ ਸਾਨੂੰ ਬਹੁਤ ਜ਼ਿਆਦਾ ਵੱਡੀ ਸਮੱਸਿਆ ਆ ਰਹੀ ਹੈ ਇਸ ਵੇਲੇ, ਅਤੇ ਇਸ ਦੇ ਬਾਰੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਇਸ ਮਾਫੀਆ ਗਰੁੱਪ ਤੋਂ ਕਿੱਦਾਂ ਸਾਨੂੰ ਬਚਾਇਆ ਜਾਵੇ। ਤੀਸਰਾ, ਇਸ ਵੇਲੇ ਸਾਨੂੰ ਇਹ ਡੀਜ਼ਲ ਇੰਜਨ ਪਾਰਟਸ ਜਿਹੜਾ ਹੈਗਾ ਨਾ, ਇਹ ਜਿੱਦਾਂ ਜਿੱਦਾਂ ਬਿਜਲੀ ਪੂਰੀ ਹੋਈ ਜਾ ਰਹੀ ਹੈ, ਡਾਊਨ ਬਾਈ ਡਾਊਨ ਇਸਦਾ ਜਾ ਰਿਹਾ ਹੈਗਾ। ਪਿਛਲੇ ਲਾਸਟ 5 ਸਾਲਾਂ ਦੇ ਵਿੱਚ ਸਾਡਾ ਪ੍ਰੋਫਿਟ ਜਿਹੜਾ ਹੈ 1/5 ਰਹਿ ਗਿਆ। ਅਸੀਂ ਗੌਰਮੈਂਟ ਨੂੰ ਇਨਕਮ ਟੈਕਸ ਉਨਾ ਹੀ ਦੇ ਰਹੇ ਹਾਂ, ਔਰ ਜਿੰਨਾ ਅਸੀਂ ਇਨਕਮ ਟੈਕਸ ਗੌਰਮੈਂਟ ਨੂੰ ਦੇ ਰਹੇ, ਸ਼ਾਇਦ ਅਸੀਂ ਉਹਨਾਂ ਪ੍ਰੋਫਿਟ ਨਹੀਂ ਕਮਾ ਰਹੇ ਹੈਗੇ। ਅਸੀਂ ਜ਼ਿਆਦਾ ਘਟਾ ਕੇ ਇਨਕਮ ਟੈਕਸ ਦੇ ਨਹੀਂ ਸਕਦੇ ਫਿਰ, ਕਿਉਂਕਿ ਬਿਲਾ ਵਜ੍ਹਾ ਸਾਡੇ 'ਤੇ ਚੈਕਿੰਗ ਦੇ ਪ੍ਰੈਸ਼ਰਸ ਬਣਦੇ ਆ। ਇਸ ਕਰਕੇ ਅਸੀਂ ਕਹਿੰਦੇ ਚਲੋ ਕੋਈ ਨਹੀਂ, ਟੈਕਸ ਥੋੜ੍ਹਾ ਜਿਹਾ ਵੱਧ ਵੀ ਦੇ ਹੋ ਜਾਵੇ ਤਾਂ ਕੋਈ ਗੱਲ ਨਹੀਂ ਹੈਗੀ, ਗੌਰਮੈਂਟ ਦੇ ਕੰਮ ਆਏਗਾ, ਦੇਸ਼ ਦੇ ਕੰਮ ਆਏਗਾ। ਪਰ ਸਾਨੂੰ ਇਹ ਜਿਹੜੀਆਂ ਸਮੱਸਿਆ ਆ ਰਹੀਆਂ ਨੇ ਇਸ ਵੇਲੇ, ਔਰ ਇਹ ਇੰਜਨ ਪਾਰਟਸ ਅਗਲੇ ਪਤਾ ਨਹੀਂ 2 ਜਾਂ 3 ਸਾਲ 'ਚ ਹੀ ਬੰਦ ਹੋ ਜਾਣਾ, ਇਹ ਵੀ ਨਹੀਂ ਸਾਨੂੰ ਪਤਾ ਹੈਗਾ ਕਿ ਸਾਡੀਆਂ ਫੈਕਟਰੀਆਂ ਬਿਲਕੁਲ ਹੀ ਬੰਦ ਹੋ ਜਾਣੀਆਂ ਆ। ਇਸ ਵੇਲੇ ਸਮਾਲ ਸਕੇਲ ਇੰਡਸਟਰੀ ਜਿੰਨੀ ਵੀ ਆ ਫਗਵਾੜੇ ਦੇ ਵਿੱਚ ਚੱਲ ਰਹੀ, ਇਹ ਸਭ ਤੋਂ ਵੱਡੀ ਪ੍ਰੋਬਲਮ ਇਹਨੂੰ ਆਈ ਹੈਗੀ ਆ ਲੇਬਰ ਦੀ। ਲੇਬਰ ਜਿਹੜੀ ਕਿਸੇ ਤਰ੍ਹਾਂ ਵੀ ਥੋੜ੍ਹਾ ਬਹੁਤਾ ਐਡਵਾਂਸ ਲੈ ਕੇ ਚੱਲ ਗਈ, ਉਹ ਤਾਂ ਵਾਪਸ ਆਈ ਨਹੀਂ ਕੋਈ ਵੀ। ਜਿਹਦੇ ਕੋਲ ਥੋੜ੍ਹੇ ਜਿਹੇ ਪੈਸੇ ਉਹ ਮੰਗਦੇ ਆ, ਜਿਨ੍ਹਾਂ ਨੂੰ ਭੇਜਿਆ ਜਾਵੇ ਤਾਂ ਕਿ ਉਹ ਵਾਪਸ ਆ ਰਹੇ ਹੈਗੇ ਆ। ਕਿਸੇ ਤਰ੍ਹਾਂ ਵੀ ਥੋੜ੍ਹੀ ਬਹੁਤੀ ਚੱਲ ਰਿਹਾ ਕਾਰੋਬਾਰ, ਮਗਰ ਪ੍ਰੋਬਲਮ ਰਾ ਮਟੀਰੀਅਲ ਦੇ ਵਿੱਚ ਵੀ ਆਉਂਦੀ ਆ, ਕਿਉਂਕਿ ਰਾ ਮਟੀਰੀਅਲ ਵੀ ਉਹਦੇ ਕੋਲੋਂ ਉੱਧਰੋਂ ਨਹੀਂ ਆ ਰਿਹਾ। ਔਰ ਦੂਸਰਾ, ਕੋਲੇ ਵਗੈਰਾ ਦਾ ਵੀ ਕਾਸਟਿੰਗ ਦੇ ਲਈ ਤਕਲੀਫ ਆ ਰਹੀ ਆ। ਕਾਸਟ ਪ੍ਰਾਈਸ ਗੌਰਮੈਂਟ ਨੇ ਪਤਾ ਨਹੀਂ ਰੇਟ ਵਧਾਇਆ ਜਾਂ ਸ਼ਾਰਟੇਜ ਕਰਕੇ ਵਧਿਆ ਹੈਗਾ, ਜਦ ਕਿ ਕਾਸਟਿੰਗ ਦੀ ਔਰ ਲੋਹੇ ਦੀ 5-5 ਰੁਪਏ ਕਿਲੋ ਦੇ ਮਗਰ ਰੇਟ ਵੱਧ ਗਿਆ ਹੈਗਾ, 4-4 ਰੁਪਏ ਕਿਲੋ ਦੇ ਮਗਰ ਰੇਟ ਵੱਧ ਗਿਆ। ਕਾਸਟ ਪ੍ਰਾਈਸ ਜ਼ਿਆਦਾ ਹੋਣ ਕਰਕੇ ਪਰਚੇਜ਼ਰ ਜਿਹੜੇ ਇੰਜਨ ਅਸੈਂਬਲਿੰਗ ਕਰਨ ਵਾਲੇ ਹੈਗੇ ਆ ਜਾਂ ਮਾਲ ਬਾਹਰ ਐਕਸਪੋਰਟ ਕਰਨ ਵਾਲੇ ਹੈਗੇ ਆ, ਉਹਨਾਂ ਨੂੰ ਵੀ ਕੋਈ ਤਕਲੀਫ ਆਊਗੀ ਤਾਂ ਹੀ ਉਹ ਸਾਡੇ ਕੋਲੋਂ ਮਾਲ ਲੈ ਕੇ ਨਹੀਂ ਹੈਗੇ। ਜਿਹੜਾ ਕਰੋਨਾ ਨੂੰ ਲੈ ਕੇ, ਕਰੋਨਾ ਦੇ ਨਾਲ ਲੈ ਕੇ ਉਹਦੇ ਵਿੱਚ ਇੰਨੀ ਤਕਲੀਫ ਹੈਗੀ ਆ ਵੀ ਸਾਨੂੰ ਇਹਨਾਂ ਦੀ ਅੱਧਾ ਘੰਟਾ ਪੌਣਾ ਘੰਟਾ ਇਹਨਾਂ ਦੀ ਹਿਫਾਜ਼ਤ ਕਰਨੀ ਪੈਂਦੀ ਆ, ਮਾਲ ਦਵਾਈ ਛਿੜਕਣੀ ਪੈਂਦੀ ਆ। ਗੌਰਮੈਂਟ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਸਾਨੂੰ ਕੋਆਪਰੇਸ਼ਨ ਕੋਈ ਵੀ ਨਹੀਂ ਹੈਗੀ, ਜਦ ਕਿ ਅਸੀਂ ਹਰ ਤਰ੍ਹਾਂ ਦੇ ਟੈਕਸ, ਇੰਡਸਟਰੀ ਜਿਹੜੀ ਆ ਉਹ ਪ੍ਰੋਪਰਟੀ ਟੈਕਸ ਜਾਂ ਕਹਿ ਲਓ, ਜਾਂ ਮੋਟਰਾਂ ਦਾ ਟੈਕਸ ਕਹਿ ਲਓ, ਜਾਂ ਆਪਣੇ ਕਿਸੇ ਕਿਸਮ ਦੀ ਵੀ ਕੋਈ ਵੀ ਫੀਸ ਹੈਗੀ ਆ, 90% ਜਿਹੜੀ ਇੰਡਸਟਰੀ ਹੈਗੀ ਆ ਉਹ ਪੇ ਕਰਦੀ ਹੈ। ਇੰਡਸਟਰੀ ਨੂੰ ਕਿੰਨਾ ਫਰਕ ਪੈ ਗਿਆ ਸਰ? ਇੰਡਸਟਰੀ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ।
ਔਰ 50% ਸੇਲ ਤੋਂ ਵੀ ਮੇਰਾ ਖਿਆਲ ਹੈ ਕਿ 40% ਸੇਲ ਇੰਡਸਟਰੀ ਦੀ ਇੱਕ ਸਾਲ ਦੇ ਵਿੱਚ ਰਹਿ ਜਾਊਗੀ। ਇਸ ਵੇਲੇ ਬਹੁਤ ਸਾਰੀ ਸਮਾਲ ਸਕੇਲ ਇੰਡਸਟਰੀ ਤਾਂ ਬੰਦ ਵੀ ਪਈ ਹੈ। ਲੌਕਡਾਊਨ ਤੋਂ ਬਾਅਦ ਅਸੀਂ ਬੜੀ ਹਿੰਮਤ ਕਰਕੇ ਸਾਰੇ ਏਰੀਆ ਵਿੱਚੋਂ ਸਾਰਿਆਂ ਪਹਿਲਾਂ ਸਾਰਿਆਂ ਨੇ ਇੰਡਸਟਰੀ ਖੋਲ੍ਹੀ ਸੀ। ਬੜੀ ਹਿੰਮਤ ਕੀਤੀ ਸੀ। ਉਸ ਵੇਲੇ ਡਰ ਬਹੁਤ ਸੀਗਾ ਕਰੋਨਾ ਦਾ, ਲੇਕਿਨ ਅਸੀਂ ਫਿਰ ਵੀ ਇੰਡਸਟਰੀ ਚਲਾਈ। ਪੰਜਾਬ ਸਰਕਾਰ ਦੀ ਹਦਾਇਤਾਂ ਨਾਲ, ਸੈਂਟਰ ਸਰਕਾਰ ਦੀਆਂ ਹਦਾਇਤਾਂ 'ਤੇ ਅਸੀਂ ਇੰਡਸਟਰੀ ਚਲਾਈ, ਵਰਕਰਾਂ ਨੂੰ ਰਿਟੇਨ ਕੀਤਾ, ਵਰਕਰਾਂ ਨੂੰ ਪੂਰੀ ਹੈਲਪ ਕੀਤੀ ਉਸ ਵੇਲੇ। ਲੇਕਿਨ ਪੈਂਡੈਮਿਕ ਤੋਂ ਬਾਅਦ ਇਸ ਵੇਲੇ ਜੋ ਕੰਡੀਸ਼ਨ ਹੈਗੀ ਹੈ, ਵਰਕਰ ਅੰਦਰੋਂ ਬੜੇ ਛਿੱਤੇ ਪਏ ਹੋਏ ਨੇ ਵਾਪਸ ਘਰ ਜਾਣ ਵਾਸਤੇ ਜਾਂ ਉੱਧਰੋਂ ਇੱਧਰ ਆਉਣ ਵਾਸਤੇ। ਇਸ ਵੇਲੇ ਕੋਈ ਕਨਵੀਨੈਂਸ ਨਾ ਹੋਣ ਕਰਕੇ ਉਹ ਆਪਣੇ ਘਰਾਂ ਤੋਂ ਵਾਪਸ ਆ ਵੀ ਨਹੀਂ ਰਹੇ ਔਰ ਘਰ ਜਾ ਵੀ ਨਹੀਂ ਪਾ ਰਹੇ। ਜਿਹੜੇ ਵਰਕਰ ਉਸ ਵੇਲੇ ਤੇ ਸਰਕਾਰ ਨੇ ਬੜੀ ਹਿੰਮਤ ਕਰਕੇ ਭੇਜਤਾ, ਲੇਕਿਨ ਉੱਥੋਂ ਵਾਪਸ ਆਉਣ ਦਾ ਹੁਣ ਸਾਧਨ ਨਹੀਂ ਬਣ ਰਿਹਾ ਪਿਆ ਔਰ ਅਸੀਂ ਉਹਨਾਂ ਨੂੰ ਇਸ ਬੰਦਿਆਂ ਨੂੰ ਕਿਸ ਤਰ੍ਹਾਂ ਰਿਟੇਨ ਕਰਨੇ ਪਏ ਆ। ਬਿਕੋਜ਼ ਬਿਹਾਰ ਦੇ ਵਿੱਚ ਔਰ ਯੂਪੀ ਦੇ ਵਿੱਚ ਪਾਣੀ ਕਾਫੀ ਵਾਰੀ ਆ ਗਿਆ ਔਰ ਉਹਨਾਂ ਨੂੰ ਮਤਲਬ ਘਰ ਜਾਣ ਦੀ ਨੈਚੁਰਲ ਜਲਦੀ ਵੀ ਹੋਏਗੀ ਥੋੜ੍ਹੀ ਬਹੁਤ, ਬਈ ਅਸੀਂ ਘਰ ਚਾਹੀਏ। ਮੈਂ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਉਹਨਾਂ ਦੇ ਆਉਣ ਜਾਣ ਦਾ ਸਾਧਨ ਬਣਾ। ਦੂਸਰੀ ਗੱਲ, ਜੋ ਪੈਂਡੈਮਿਕ ਤੋਂ ਬਾਅਦ ਅਸੀਂ ਇੰਡਸਟਰੀ ਤੇ ਚਲਾ ਰਹੇ ਹਾਂ, ਲੇਕਿਨ ਸਕੈਲਟਨ ਇੰਡਸਟਰੀ ਹੀ ਚੱਲਦੀ ਪਈ ਹੈ। ਬਿਕੋਜ਼ ਸਾਡੇ ਆਪਣੇ ਬਾਹਰ ਜਾਣ ਦਾ ਵਿਉਤਰਾ ਨਹੀਂ ਬਣਦਾ ਪਿਆ। ਸਾਡੇ ਕੋਲ ਕਨਵੈਂਸ ਨਹੀਂ ਹੈਗੀ। ਅਸੀਂ ਦਿੱਲੀ ਤੋਂ ਅੱਗੇ ਜਾਣਾ ਹੋਵੇ, ਚਲੋ ਦਿੱਲੀ ਤੱਕ ਤੇ ਬੰਦਾ ਕਾਰ ਤੇ ਜਾ ਸਕਦਾ ਹੈ, ਲੇਕਿਨ ਦਿੱਲੀ ਤੋਂ ਅੱਗੇ ਜਾਣਾ ਹੋਵੇ ਬੜੀ ਪ੍ਰੋਬਲਮਸ ਨੇ ਔਰ ਰਸਤੇ 'ਚ ਕਰੋਨਾ ਦਾ ਡਰ ਵੀ ਕਾਫੀ ਲੱਗਾ ਰਹਿੰਦਾ ਹੈ। ਤੇ ਸਾਡੀ ਇੰਡਸਟਰੀ ਚੱਲ ਨਹੀਂ ਸਕਦੀ ਜਿੰਨਾ ਚਿਰ ਅਸੀਂ ਲੋਕਾਂ ਨਾਲ ਇੰਟਰੈਕਟ ਨਹੀਂ ਕਰਦੇ। ਸੋ ਮੈਂ ਸਰਕਾਰ ਨੂੰ ਕਹਿੰਦਾ ਇਹਨੂੰ ਇੱਥੇ ਵੀ ਥੋੜ੍ਹਾ ਧਿਆਨ ਦੇਣ, ਬਈ ਕਿਸੇ ਤਰ੍ਹਾਂ ਸਾਡੇ ਮੂਵਮੈਂਟ ਨੂੰ ਸਮੂਥ ਕਰਨ। ਅੱਜ ਕਰੋਨਾ ਨੂੰ ਲੈ ਕੇ ਇੰਡਸਟਰੀ ਦੀ ਹਾਲਤ ਕੋ ਬਹੁਤ ਵਧੀਆ ਨਹੀਂ ਚੱਲ ਰਹੀ। ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ 1.5 ਮਹੀਨਾ ਸਾਰੀ ਇੰਡਸਟਰੀ ਅਸੀਂ ਬੰਦ ਰੱਖਣੀ ਪਈ ਸਾਨੂੰ, ਔਰ ਪਹਿਲੀ ਮਈ ਨੂੰ ਸਭ ਤੋਂ ਪਹਿਲਾਂ ਸਾਡੀ ਫਗਵਾੜਾ ਇੰਡਸਟਰੀ ਅਸੀਂ ਬਹੁਤ ਕੋਸ਼ਿਸ਼ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਸਾਰਾ ਤਾਲਮੇਲ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੀ ਫਗਵਾੜਾ ਇੰਡਸਟਰੀ ਚਲਾਈ ਸਾਰੇ ਪੰਜਾਬ 'ਚੋਂ, ਔਰ ਅਸੀਂ ਐਡਮਿਨਿਸਟ੍ਰੇਸ਼ਨ ਦੇ ਬੜੇ ਧੰਨਵਾਦੀ ਵੀ ਹਾਂ। ਔਰ ਉਹਦੇ ਨਾਲ ਫਾਇਦਾ ਇਹ ਹੋਇਆ ਕਿ ਜਿਹੜੀ ਲੇਬਰ ਸਾਰੇ ਪੰਜਾਬ ਦੀ ਜਾਂ ਸਾਰੇ ਹਿੰਦੁਸਤਾਨ ਦੀ ਵਾਪਸ ਜਾ ਰਹੀ ਸੀ, ਔਰ ਫਗਵਾੜੇ ਦੀ ਲੇਬਰ ਗਈ ਹੈ ਮਗਰ ਬਹੁਤ ਘੱਟ ਗਈ ਹੈ, ਜਿਹਦੇ ਨਾਲ ਕਿ ਪ੍ਰੋਬਲਮ ਬਹੁਤ ਲੇਬਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਨਹੀਂ ਆਈ ਤਾਂ ਹੈਗੀ ਹੈ ਮਗਰ ਜ਼ਿਆਦਾ ਨਹੀਂ ਆਈ। ਸੋ ਉਹਦੇ ਕਰਕੇ ਅਸੀਂ ਕੰਮ ਤਾਂ 1 ਮਈ ਨੂੰ ਚਲਾ ਦਿੱਤੇ ਸੀਗੇ। ਉਸ ਤੋਂ ਬਾਅਦ ਕਿਉਂਕਿ ਬਾਹਰਲੀ ਮਾਰਕੀਟਾਂ ਅੱਜ ਵੀ ਪੂਰੀਆਂ ਨਹੀਂ ਖੁੱਲੀਆਂ, ਜਿੱਦਾਂ ਦਿੱਲੀ ਦੇ ਬਾਜ਼ਾਰ ਜਿਹੜੇ ਆ ਉਹ ਇੱਕ ਦਿਨ ਅੱਧੇ ਖੁੱਲ੍ਹਦੇ ਆ, ਦੂਏ ਦਿਨ ਦੂਸਰੇ ਖੁੱਲ੍ਹਦੇ ਆ, ਔਰ ਉਸ ਤੋਂ ਇਲਾਵਾ ਇਹ ਬਾਹਰਲੇ ਗਾਹਕ ਦਿੱਲੀ ਜਿਹੜੇ ਮੇਨ ਮਾਰਕੀਟ 'ਚ ਉੱਥੇ ਨਹੀਂ ਆ ਰਿਹਾ ਹੈ, ਇਸ ਕਰਕੇ ਹਾਲੇ ਕੋਈ ਮਾਰਕੀਟ ਨਹੀਂ ਖੁੱਲੀ, ਸਾਰਾ ਸੇਲ ਦਾ ਟਾਰਗੇਟ ਨਹੀਂ ਪੂਰੇ ਹੋ ਰਿਹਾ ਹੈ। ਔਰ ਦੂਸਰੇ ਪਾਸੇ ਜਿਹੜੀ ਪੰਜਾਬ ਗੌਰਮੈਂਟ ਨੇ ਸਾਨੂੰ ਸਭ ਨੂੰ ਪਹਿਲਾਂ ਵਾਅਦਾ ਲਾਇਆ ਸੀਗਾ ਕਿ ਜਿਹੜੇ ਬਿਜਲੀ ਦੇ ਬਿੱਲਾਂ ਦੀ ਤੁਹਾਨੂੰ ਮਿਨੀਮਮ ਜਿਹੜੇ ਫਿਕਸ ਚਾਰਜਸ ਹੈ ਉਹ ਅਸੀਂ ਨਹੀਂ ਲਵਾਂਗੇ, ਤੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਇੰਡਸਟਰੀ ਨੇ। ਮਗਰ ਹੁਣ ਦੁਬਾਰਾ ਉਹਨਾਂ ਨੇ ਇਹ ਕਿਹਾ ਵੀ ਨਹੀਂ ਤੁਹਾਡੇ ਕੋਲ ਅਸੀਂ ਲਵਾਂਗੇ। ਸੋ ਇਹ ਬੜੀ ਬੇਇਨਸਾਫੀ ਹੋ ਰਹੀ ਹੈ। ਇੱਕ ਜਿਹੜਾ ਸਕੂਨ ਥੋੜ੍ਹੇ ਮਿਲਣ ਦੀ ਕੋਸ਼ਿਸ਼ ਹੋਈ ਸੀ ਮਗਰ ਉਹ ਵੀ ਬੰਦ ਹੋ ਗਿਆ। ਗਵਰਨਮੈਂਟ ਵੱਲੋਂ ਕੁਛ ਨਾ ਕੁਛ ਪੰਜਾਬ ਗਵਰਨਮੈਂਟ ਵੱਲੋਂ ਕੁਛ ਨਾ ਕੁਛ ਸਹਾਇਤਾ ਚਾਹੀਦੀ ਹੈ ਇੰਡਸਟਰੀ ਨੂੰ, ਕਿਉਂਕਿ ਇੰਡਸਟਰੀ ਬੜੇ ਮਤਲਬ ਮੁਸ਼ਕਿਲ ਦੌਰ 'ਚ ਗੁਜ਼ਰ ਰਹੀ ਹੈ। ਸੋ ਮੈਂ ਇਹੀ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਨੂੰ ਕਿ ਜਿਹੜੇ ਫਿਕਸ ਚਾਰਜਸ ਹੈ ਉਹਦੇ 3 ਮਹੀਨੇ ਦੇ 4 ਮਹੀਨੇ ਦੇ ਸਾਨੂੰ ਬੰਦ ਕਰ ਹੋਣੇ ਚਾਹੀਦੇ ਆ, ਤਾਂ ਕਿ ਉਹਦਾ ਕੁਛ ਨਾ ਕੁਛ ਇੰਡਸਟਰੀ ਨੂੰ ਰਾਹਤ ਮਿਲੇ। ਜਿਹੜੇ ਤੁਹਾਡੇ ਕਾਰੀਗਰ ਯੂਪੀ ਬਿਹਾਰ ਦੇ ਵਿੱਚ ਗਏ ਆ, ਉਹਨਾਂ ਦਾ ਕੋਈ ਸਾਧਨ ਹੈ ਨਹੀਂ ਆਉਣ ਦਾ, ਜਾਂ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੋ ਰਹੀ ਹੈ, ਕਿਉਂਕਿ ਪਹਿਲਾਂ ਤਾਂ ਸਾਰੇ ਚਲੇ ਗਏ, ਹੁਣ ਉੱਥੋਂ ਆਉਣ ਲਈ ਕੋਈ ਸਾਧਨ ਨਹੀਂ ਮਿਲਦਾ ਪਿਆ। ਜੇ ਸਾਧਨ ਮਿਲਦਾ ਵੀ ਹੈ ਤਾਂ ਉਹ ਮਹੀਨਾ 2 ਮਹੀਨੇ ਦੀ ਉਹਨਾਂ ਨੂੰ ਵੇਟਿੰਗ ਮਿਲਦੀ ਪਈ ਹੈ। ਔਰ ਉਸ ਤੋਂ ਬਾਅਦ ਜਿਹੜੇ ਇੱਥੇ ਸੀਗੇ ਵੀ ਜਿਹਨਾਂ ਦੇ ਉਹਨਾਂ ਦਿਨਾਂ 'ਚ ਜਾਣ ਦਾ ਪ੍ਰੋਗਰਾਮ ਸੀਗਾ, ਉਹ ਹੁਣ ਦੁਬਾਰਾ ਇੱਥੋਂ ਵੀ ਜਾ ਰਿਹਾ ਹੈ, ਕਿਉਂਕਿ ਕਿਹੜੇ ਵਿਆਹ ਸ਼ਾਦੀਆਂ ਰੁਕੀਆਂ ਸੀ, ਕਿਸੇ ਰਿਸ਼ਤੇਦਾਰ ਜਾਣਾ ਸੀ। ਇੱਕ ਉੱਥੇ ਜਿਹੜੀ ਬਾੜ ਆਈ ਹੈ ਯੂਪੀ ਬਿਹਾਰ 'ਚ, ਬਹੁਤ ਸਾਰੇ ਕਾਰੀਗਰਾਂ ਦੇ ਉੱਥੇ ਮਕਾਨ ਡਿੱਗ ਪਏ ਔਰ ਉਹਦੇ ਕਰਕੇ ਵੀ ਜਾ ਰਿਹਾ ਹੈ। ਸੋ ਇਹਦੀ ਲੇਬਰ ਦੀ ਪ੍ਰੋਬਲਮ ਤਾਂ
ਵਧਣੀ ਹੈ, ਇਹਦਾ ਮੁਸ਼ਕਲ ਨਹੀਂ ਹੋ ਰਿਹਾ, ਕਿਉਂਕਿ ਜੇ ਉਧਰਲੀ ਲੇਬਰ ਵਾਪਸ ਆ ਜਾਂਦੀ ਫਿਰ ਵੀ ਸਾਨੂੰ ਕੋਈ ਨਾ ਕੋਈ ਰਾਹਤ ਮਿਲ ਜਾਂਦੀ। ਉੱਥੇ ਦੀ ਲੇਬਰ ਵਾਪਸ ਆਈ ਨਹੀਂ ਔਰ ਇੱਥੇ ਲੇਬਰ ਜਾਣ ਨੂੰ ਸ਼ੁਰੂ ਹੋਈ ਹੈ। ਇਸ ਕਰਕੇ ਪ੍ਰੋਬਲਮ ਬਹੁਤ ਜ਼ਿਆਦਾ ਹੈ। ਗਵਰਨਮੈਂਟ ਨੂੰ ਇਹਦੇ ਬਾਰੇ ਸੋਚ ਕੇ ਕੁਛ ਨਾ ਕੁਛ ਇਹਦਾ ਹੱਲ ਦੂਰ ਕਰਨਾ ਚਾਹੀਦਾ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।